ਦੋਸਤੋ ਦੀਪ ਸਿੱਧੂ ਦਾ ਜਨਮ 2 ਅਪ੍ਰੈਲ 1984 ਨੂੰ ਮੁਕਤਸਰ ਜ਼ਿਲ੍ਹੇ ਦੇ ਉਦੇਕਰਨ ਪਿੰਡ ਦੇ ਵਿੱਚ ਹੋਇਆ। ਦੀਪ ਸਿੱਧੂ ਦੇ ਪਿਤਾ ਦਾ ਨਾਮ ਸੁਰਜੀਤ ਸਿੰਘ ਸਿੱਧੂ ਸੀ, ਜੋ ਕਿ ਆਪਣੇ ਟਾਈਮ ਦੇ ਵਿੱਚ ਇੱਕ ਬਹੁਤ ਹੀ ਉੱਘਾ ਵਕੀਲ ਸੀ। ਦੀਪ ਸਿੱਧੂ ਜਦੋਂ ਸਿਰਫ 4 ਸਾਲ ਦਾ ਸੀ ਤਾਂ ਉਸ ਦੀ ਮਾਤਾ ਦਾ ਦੇਹਾਂਤ ਹੋ ਗਿਆ। ਸੋ ਦੀਪ ਸਿੱਧੂ ਦਾ ਬਚਪਨ ਮਾਂ ਦੇ ਪਿਆਰ ਤੋਂ ਬਿਨਾਂ ਹੀ ਗੁਜ਼ਰਿਆ। ਬਚਪਨ ਵਿੱਚ ਪੜ੍ਹਾਈ ਦੇ ਸਮੇਂ ਦੀਪ ਸਿੱਧੂ ਇੱਕ ਬਹੁਤ ਹੀ ਹੁਸ਼ਿਆਰ ਬੱਚਾ ਸੀ ਤੇ ਉਹ ਬਾਸਕਟਬਾਲ ਦਾ ਵੀ ਇੱਕ ਬਹੁਤ ਵਧੀਆ ਖਿਡਾਰੀ ਸੀ। ਦੀਪ ਸਿੱਧੂ ਨੇ ਇੰਡੀਆ ਨੂੰ ਜੂਨੀਅਰ ਲੈਵਲ ਤੇ ਪੰਜਾਬ ਨੂੰ ਨੈਸ਼ਨਲ ਲੈਵਲ ਤੇ ਵੀ ਬਾਸਕਟਬਾਲ ਦੇ ਵਿੱਚ ਰਿਪਰੈਜ਼ੈਂਟ ਕੀਤਾ ਤੇ ਉਸਨੇ ਨੈਸ਼ਨਲ ਲੈਵਲ ਤੇ 5 ਚੈਂਪੀਅਨਸ਼ਿਪਸ ਖੇਡੀਆਂ। ਦੀਪ ਸਿੱਧੂ ਪੰਜਾਬ ਨੈਸ਼ਨਲ ਟੀਮ ਦਾ ਕੈਪਟਨ ਵੀ ਰਹਿ ਚੁੱਕਾ ਹੈ। ਇਸ ਤੋਂ ਇਲਾਵਾ ਦੀਪ ਸਿੱਧੂ ਆਪਣੀ ਇੰਟਰਵਿਊ ਦੇ ਵਿੱਚ ਦੱਸਦਾ ਹੈ ਕਿ ਕਿਸੇ ਸਮੇਂ ਉਹ ਇੰਡੀਅਨ ਆਰਮੀ ਦੇ ਵਿੱਚ ਜਾਣਾ ਚਾਹੁੰਦਾ ਸੀ ਤੇ ਪੈਰਾ ਕਮਾਂਡੋ ਫੋਰਸਿਸ ਨੂੰ ਵੀ ਜੁਆਇਨ ਕਰਨਾ ਚਾਹੁੰਦਾ ਸੀ। ਸ਼ੁਰੂ ਤੋਂ ਹੀ ਉਸਦਾ ਮਾਡਲਿੰਗ ਅਤੇ ਐਕਟਿੰਗ ਵੱਲ ਵੀ ਧਿਆਨ ਸੀ ਤੇ ਇੱਕ ਐਕਟਰ ਬਣਨ ਦੀ ਚਿਣਗ ਵੀ ਉਸਦੇ ਦਿਲ ਦੇ ਵਿੱਚ ਬਚਪਨ ਤੋਂ ਹੀ ਸੀ। ਸ਼ੁਰੂਆਤੀ ਪੜ੍ਹਾਈ ਤੋਂ ਬਾਅਦ ਉਸਨੇ ਪੂਨੇ ਦੇ ਸਿੰਬਸਿਸ ਕਾਲਜ ਦੇ ਵਿੱਚ ਆਪਣੇ ਦਮ ਤੇ ਦਾਖਲਾ ਲਿਆ ਅਤੇ ਫਿਰ ਉੱਥੇ ਲਾਅ ਦੀ ਪੜ੍ਹਾਈ ਸ਼ੁਰੂ ਕੀਤੀ। ਜਦੋਂ ਉਹ ਪੂਨੇ ਦੇ ਵਿੱਚ ਲਾਅ ਦੀ ਪੜ੍ਹਾਈ ਕਰ ਰਿਹਾ ਸੀ ਤਾਂ ਉਸ ਸਮੇਂ ਕਿੰਗਫਿਸ਼ਰ ਟੈਲੈਂਟ ਹੰਟ ਨਾਮ ਦਾ ਇੱਕ ਕੰਪੀਟੀਸ਼ਨ ਹੋਇਆ ਤੇ ਦੀਪ ਸਿੱਧੂ ਨੇ ਇਸ ਦੇ ਵਿੱਚ ਭਾਗ ਲਿਆ ਤੇ ਦੀਪ ਸਿੱਧੂ ਨੇ ਇਸ ਨੂੰ ਜਿੱਤਿਆ ਵੀ। ਇਸ ਤੋਂ ਬਾਅਦ ਦੀਪ ਸਿੱਧੂ ਲਈ ਮਾਡਲਿੰਗ ਕਰੀਅਰ ਦੇ ਵਿੱਚ ਆਉਣ ਲਈ ਦਰਵਾਜ਼ੇ ਖੁੱਲ੍ਹ ਗਏ। ਫਿਰ 2006 ਦੇ ਵਿੱਚ ਦੀਪ ਸਿੱਧੂ ਨੇ ਗ੍ਰਾਸਿਮ ਮਿਸਟਰ ਇੰਡੀਆ ਦੇ ਵਿੱਚ ਪਾਰਟਿਸਿਪੇਟ ਕੀਤਾ ਤੇ ਗ੍ਰਾਸਿਮ ਮਿਸਟਰ ਪਰਸਨੈਲਿਟੀ ਤੇ ਗ੍ਰਾਸਿਮ ਮਿਸਟਰ ਟੈਲੈਂਟਡ ਦਾ ਖਿਤਾਬ ਵੀ ਜਿੱਤਿਆ। ਇਸ ਤੋਂ ਬਾਅਦ ਦੀਪ ਸਿੱਧੂ ਮਾਡਲਿੰਗ ਦੇ ਖੇਤਰ ਦੇ ਵਿੱਚ ਹੋਰ ਅੱਗੇ ਵਧਣ ਲੱਗਾ। ਉਸਨੇ ਬੰਬੇ ਦੇ ਵਿੱਚ ਹੇਮੰਤ ਤ੍ਰਿਵੇਦੀ, ਰੋਹਿਤ ਗਾਂਧੀ ਵਰਗੇ ਕਈ ਫੇਮਸ ਡਿਜ਼ਾਈਨਰਸ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਰ ਮਾਡਲਿੰਗ ਦੀ ਦੁਨੀਆ ਉਸਨੂੰ ਇੰਨੀ ਰਾਸ ਨਾ ਆਈ। ਫਿਰ ਦੀਪ ਸਿੱਧੂ ਨੇ ਦੁਬਾਰਾ ਆਪਣੀ ਵਕਾਲਤ ਜਾਰੀ ਰੱਖਣ ਦਾ ਫੈਸਲਾ ਕੀਤਾ। ਫਿਰ ਮਾਡਲਿੰਗ ਦਾ ਕਰੀਅਰ ਛੱਡ ਕੇ ਦੀਪ ਸਿੱਧੂ ਵਕਾਲਤ ਪ੍ਰੈਕਟਿਸ ਕਰਨ ਲੱਗ ਪਿਆ। ਉਸਨੇ ਸਭ ਤੋਂ ਪਹਿਲਾਂ ਸਹਾਰਾ ਇੰਡੀਆ ਪਰਿਵਾਰ ਦੇ ਨਾਲ ਇੱਕ ਲੀਗਲ ਐਡਵਾਈਜ਼ਰ ਦੇ ਤੌਰ ਤੇ ਕੰਮ ਸ਼ੁਰੂ ਕੀਤਾ। ਕੁਝ ਦੇਰ ਇੰਡੀਆ ਦੇ ਵਿੱਚ ਵਕਾਲਤ ਪ੍ਰੈਕਟਿਸ ਕਰਨ ਤੋਂ ਬਾਅਦ ਉਹ ਇੰਗਲੈਂਡ ਲੰਡਨ ਦੇ ਵਿੱਚ ਆਪਣੀ ਲਾਅ ਦੀ ਅਗਲੀ ਪੜ੍ਹਾਈ ਕਰਨ ਦੇ ਲਈ ਚਲਾ ਗਿਆ। ਉੱਥੇ ਲੰਡਨ ਦੇ ਵਿੱਚ ਰਹਿੰਦਿਆਂ ਹੀ ਦੀਪ ਸਿੱਧੂ ਨੇ ਉੱਥੋਂ ਦੀ ਇੱਕ ਮਸ਼ਹੂਰ ਲਾਅ ਫਰਮ ਹੈਮੰਡਸ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦੇ ਵਿੱਚ ਕੰਮ ਕਰਦਿਆਂ ਉਸਨੇ ਡਿਜ਼ਨੀ ਅਤੇ ਸੋਨੀ ਪਿਕਚਰਸ ਵਰਗੇ ਕਈ ਵੱਡੇ ਹਾਲੀਵੁੱਡ ਸਟੂਡੀਓਜ਼ ਦੇ ਨਾਲ ਕੰਮ ਕੀਤਾ। ਫਿਰ ਦੀਪ ਸਿੱਧੂ ਵਾਪਸ ਇੰਡੀਆ ਆ ਗਿਆ ਤੇ ਉਸਨੇ ਇੱਥੇ ਆ ਕੇ ਲੈਕਸ ਲੀਗਲ ਨਾਮ ਦੀ ਆਪਣੀ ਇੱਕ ਲਾਅ ਫਰਮ ਬਣਾਈ ਅਤੇ ਵਕਾਲਤ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ। ਫਿਰ ਦੀਪ ਸਿੱਧੂ ਬਾਲੀਵੁੱਡ ਪ੍ਰੋਡਕਸ਼ਨ ਕੰਪਨੀ ਬਾਲਾਜੀ ਟੈਲੀਫਿਲਮਸ ਦਾ ਲੀਗਲ ਹੈੱਡ ਬਣ ਗਿਆ ਅਤੇ 3.5 ਸਾਲ ਤੱਕ ਉਸਨੇ ਲੀਗਲ ਹੈੱਡ ਦੇ ਤੌਰ ਤੇ ਕੰਮ ਕੀਤਾ। ਇਸ ਤੋਂ ਬਾਅਦ ਉਸਨੇ ਮਸ਼ਹੂਰ ਡਾਇਰੈਕਟਰ ਸੰਜੇ ਲੀਲਾ ਬੰਸਾਲੀ ਦੇ ਨਾਲ ਵੀ ਕੰਮ ਕੀਤਾ ਅਤੇ ਧਰਮਿੰਦਰ ਦੀ ਪ੍ਰੋਡਕਸ਼ਨ ਕੰਪਨੀ ਵਿਜੇਤਾ ਪ੍ਰੋਡਕਸ਼ਨ ਹਾਊਸ ਦੇ ਨਾਲ ਵੀ ਕੰਮ ਕੀਤਾ। ਇਸ ਤੋਂ ਇਲਾਵਾ ਵੀ ਦੀਪ ਸਿੱਧੂ ਨੇ ਕਈ ਉੱਘੇ ਬਾਲੀਵੁੱਡ ਪ੍ਰੋਡਕਸ਼ਨ ਹਾਊਸਿਸ ਦੇ ਨਾਲ ਲੀਗਲ ਹੈੱਡ ਦੇ ਤੌਰ ਤੇ ਕੰਮ ਕੀਤਾ। ਦੱਸ ਦਈਏ ਕਿ ਜਦੋਂ ਦੀਪ ਸਿੱਧੂ ਬਾਲਾਜੀ ਟੈਲੀਫਿਲਮਸ ਵੱਲੋਂ ਲੀਗਲ ਹੈੱਡ ਦੇ ਤੌਰ ਤੇ ਕੰਮ ਕਰ ਰਿਹਾ ਸੀ ਤਾਂ ਇਸ ਕੰਪਨੀ ਦੀ ਕ੍ਰੀਏਟਿਵ ਮੈਨੇਜਰ ਅਤੇ ਡਾਇਰੈਕਟਰ ਏਕਤਾ ਕਪੂਰ ਨੇ ਦੀਪ ਸਿੱਧੂ ਨੂੰ ਕਿਹਾ ਕਿ ਉਸ ਨੂੰ ਐਕਟਿੰਗ ਦੇ ਵਿੱਚ ਟਰਾਈ ਕਰਨਾ ਚਾਹੀਦਾ ਹੈ, ਪਰ ਉਸ ਸਮੇਂ ਦੀਪ ਸਿੱਧੂ ਨੇ ਉਸ ਦੀ ਗੱਲ ਵੱਲ ਕੁਝ ਜ਼ਿਆਦਾ ਧਿਆਨ ਨਾ ਦਿੱਤਾ। ਫਿਰ ਦੀਪ ਸਿੱਧੂ ਨੇ ਧਰਮਿੰਦਰ ਦੀ ਕੰਪਨੀ ਵਿਜੇਤਾ ਪ੍ਰੋਡਕਸ਼ਨ ਹਾਊਸ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਦਰਅਸਲ ਦੀਪ ਸਿੱਧੂ ਦੇ ਸਨੀ ਦਿਓਲ ਅਤੇ ਬਾਕੀ ਦਿਓਲ ਫੈਮਿਲੀ ਦੇ ਨਾਲ ਪਹਿਲਾਂ ਤੋਂ ਹੀ ਸੰਬੰਧ ਬਹੁਤ ਗੂੜੇ ਸਨ। ਜਦੋਂ ਦੀਪ ਸਿੱਧੂ ਕਾਲਜ ਦੇ ਵਿੱਚ ਸੀ ਤਾਂ ਇੱਕ ਐਡ ਦੀ ਸ਼ੂਟਿੰਗ ਦੇ ਲਈ ਦੀਪ ਸਿੱਧੂ ਨੂੰ ਬੁਲਾਇਆ ਗਿਆ ਸੀ, ਜਿਸ ਦੇ ਵਿੱਚ ਉਸਨੇ ਸਨੀ ਦਿਓਲ ਦੇ ਛੋਟੇ ਭਰਾ ਦਾ ਰੋਲ ਕਰਨਾ ਸੀ। ਇਹ ਇੱਕ ਫਾਰਮ ਟਰੈਕ ਟਰੈਕਟਰ ਦੀ ਐਡ ਸੀ ਤਾਂ ਇਸ ਦੇ ਵਿੱਚ ਦੀਪ ਸਿੱਧੂ ਨੂੰ ਸਿਲੈਕਟ ਕੀਤਾ ਗਿਆ ਸੀ। ਉਦੋਂ ਤੋਂ ਹੀ ਦੀਪ ਸਿੱਧੂ ਸਨੀ ਦਿਓਲ ਨੂੰ ਚੰਗੀ ਤਰੀਕੇ ਦੇ ਨਾਲ ਜਾਣਦਾ ਸੀ ਅਤੇ ਇਹਨਾਂ ਦੇ ਆਪਸੀ ਪਰਿਵਾਰਕ ਰਿਸ਼ਤਿਆਂ ਦੇ ਵਾਂਗ ਗੂੜੇ ਸੰਬੰਧ ਬਣ ਚੁੱਕੇ ਸਨ। ਫਿਰ ਜਦੋਂ ਦੀਪ ਸਿੱਧੂ ਦਿਓਲ ਫੈਮਿਲੀ ਦੇ ਲਈ ਲੀਗਲ ਹੈੱਡ ਦੇ ਤੌਰ ਤੇ ਕੰਮ ਕਰ ਰਿਹਾ ਸੀ ਤਾਂ ਇੱਕ ਦਿਨ ਫਿਲਮ ਡਾਇਰੈਕਟਰ ਗੁੱਡੂ ਧਨੋਆ ਸਨੀ ਦਿਓਲ ਨੂੰ ਮਿਲਣ ਉਸਦੇ ਦਫ਼ਤਰ ਪੁੱਜਾ। ਉੱਥੇ ਹੀ ਦੀਪ ਸਿੱਧੂ ਵੀ ਮੌਜੂਦ ਸੀ। ਜਦੋਂ ਗੁੱਡੂ ਧਨੋਆ ਨੇ ਦੱਸਿਆ ਕਿ ਉਹ ਆਪਣੀ ਅਗਲੀ ਫਿਲਮ ਰਮਤਾ ਜੋਗੀ ਲਈ ਲੀਡ ਐਕਟਰ ਦੀ ਭਾਲ ਕਰ ਰਿਹਾ ਹੈ ਤਾਂ ਧਰਮਿੰਦਰ ਨੇ ਦੀਪ ਸਿੱਧੂ ਨੂੰ ਕਿਹਾ ਕਿ ਉਸਨੂੰ ਐਕਟਿੰਗ ਦੇ ਵਿੱਚ ਟਰਾਈ ਕਰਨਾ ਚਾਹੀਦਾ ਹੈ, ਤਾਂ ਇਸ ਤੇ ਦੀਪ ਸਿੱਧੂ ਨੇ ਹਾਂ ਕਰ ਦਿੱਤੀ। ਇਸ ਤਰ੍ਹਾਂ ਦੀਪ ਸਿੱਧੂ ਨੂੰ ਆਪਣੀ ਪਹਿਲੀ ਫਿਲਮ ਰਮਤਾ ਜੋਗੀ ਮਿਲੀ। ਇਸ ਲਈ ਉਸਨੇ ਨੈਸ਼ਨਲ ਫਿਲਮ ਇੰਸਟੀਚਿਊਟ ਪੂਨੇ ਦੇ ਟੀਚਰਾਂ ਦੇ ਕੋਲੋਂ ਐਕਟਿੰਗ ਦੀ ਟ੍ਰੇਨਿੰਗ ਵੀ ਲਈ। ਇਹ ਫਿਲਮ 2015 ਦੇ ਵਿੱਚ ਧਰਮਿੰਦਰ ਦੀ ਪ੍ਰੋਡਕਸ਼ਨ ਵਿਜੇਤਾ ਫਿਲਮਸ ਦੇ ਅੰਡਰ ਰਿਲੀਜ਼ ਹੋਈ ਅਤੇ ਇਸ ਦੇ ਨਾਲ ਹੀ ਦੀਪ ਸਿੱਧੂ ਲਈ ਐਕਟਿੰਗ ਦੀ ਦੁਨੀਆ ਦੇ ਦਰਵਾਜ਼ੇ ਖੁੱਲ੍ਹ ਗਏ। ਇਸ ਤੋਂ ਬਾਅਦ ਦੀਪ ਸਿੱਧੂ ਦੀ 2017 ਦੇ ਵਿੱਚ ਫਿਲਮ ਆਈ ਜੋਰਾ 10 ਨੰਬਰੀਆ, ਜੋ ਕਿ ਇੱਕ ਬਹੁਤ ਵੱਡੀ ਹਿੱਟ ਹੋਈ ਅਤੇ ਇਸ ਨੇ ਦੀਪ ਸਿੱਧੂ ਨੂੰ ਬਹੁਤ ਹੀ ਮਸ਼ਹੂਰ ਐਕਟਰ ਬਣਾ ਦਿੱਤਾ। ਇਸ ਦੇ ਨਾਲ ਲੋਕ ਦੀਪ ਸਿੱਧੂ ਨੂੰ ਜੋਰੇ ਦੇ ਨਾਮ ਨਾਲ ਜਾਣਨ ਲੱਗ ਪਏ। ਇਸ ਤੋਂ ਬਾਅਦ ਦੀਪ ਸਿੱਧੂ ਦੀ 2018 ਦੇ ਵਿੱਚ ਰੰਗ ਪੰਜਾਬ ਫਿਲਮ ਅਤੇ ਫਿਰ 2018 ਦੇ ਵਿੱਚ ਹੀ ਸਾਡੇ ਵਾਲੀ ਫਿਲਮ ਆਈ, ਜੋ ਕਿ ਕੈਨਸ ਫਿਲਮ ਫੈਸਟੀਵਲ ਤੇ ਰਿਲੀਜ਼ ਹੋਈ ਅਤੇ ਉਹ ਕੈਨਸ ਫਿਲਮ ਫੈਸਟੀਵਲ ਤੇ ਰਿਲੀਜ਼ ਹੋਣ ਵਾਲੀ ਪਹਿਲੀ ਪੰਜਾਬੀ ਫਿਲਮ ਵੀ ਬਣੀ। ਇਸ ਤੋਂ ਬਾਅਦ 2020 ਦੇ ਵਿੱਚ ਜੋਰਾ ਦਾ ਸੈਕੰਡ ਚੈਪਟਰ ਫਿਲਮ ਆਈ।
ਇਸ ਸਮੇਂ ਤੱਕ ਦੀਪ ਸਿੱਧੂ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਬਹੁਤ ਹੀ ਫੇਮਸ ਐਕਸ਼ਨ ਹੀਰੋ ਬਣ ਚੁੱਕਾ ਸੀ। ਉਸਨੇ ਰਵਾਇਤੀ ਪੰਜਾਬੀ ਕਲਾਕਾਰਾਂ ਤੋਂ ਉਲਟ ਆਪਣੇ ਆਪ ਨੂੰ ਇੱਕ ਐਕਸ਼ਨ ਹੀਰੋ ਦੇ ਤੌਰ ਤੇ ਸਥਾਪਿਤ ਕੀਤਾ। ਇੱਥੇ ਦੱਸ ਦਈਏ ਕਿ ਜਦੋਂ 2019 ਦੇ ਵਿੱਚ ਭਾਰਤ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਈਆਂ ਤਾਂ ਗੁਰਦਾਸਪੁਰ ਦੀ ਸੀਟ ਤੋਂ ਭਾਜਪਾ ਨੇ ਸਨੀ ਦਿਓਲ ਨੂੰ MP ਦੇ ਕੈਂਡੀਡੇਟ ਵਜੋਂ ਖੜਾ ਕੀਤਾ। ਕਿਉਂਕਿ ਦੀਪ ਸਿੱਧੂ ਦੇ ਦਿਓਲ ਫੈਮਿਲੀ ਦੇ ਨਾਲ ਸੰਬੰਧ ਬਹੁਤ ਹੀ ਗੂੜੇ ਸਨ, ਇਸ ਕਰਕੇ ਦੀਪ ਸਿੱਧੂ ਨੇ ਸਨੀ ਦਿਓਲ ਦੀ ਸਪੋਰਟ ਲਈ ਕਈ ਮੀਟਿੰਗਾਂ ਦੇ ਵਿੱਚ ਸ਼ਿਰਕਤ ਵੀ ਕੀਤੀ ਅਤੇ ਸਨੀ ਦਿਓਲ ਦੇ ਲਈ ਪ੍ਰਚਾਰ ਵੀ ਕੀਤਾ। ਇਸ ਦੀਆਂ ਇਹ ਤਸਵੀਰਾਂ ਤੁਸੀਂ ਸੋਸ਼ਲ ਮੀਡੀਆ ਤੇ ਵੀ ਬਹੁਤ ਦੇਖੀਆਂ ਹੋਣਗੀਆਂ, ਜੋ ਕਿ ਕਿਸਾਨ ਅੰਦੋਲਨ ਦੌਰਾਨ ਵਿਰੋਧੀਆਂ ਵੱਲੋਂ ਬਹੁਤ ਵਾਇਰਲ ਕੀਤੀਆਂ ਗਈਆਂ ਸਨ ਅਤੇ ਅੰਦੋਲਨ ਨੂੰ ਕਮਜ਼ੋਰ ਕਰਨ ਦੇ ਲਈ ਦੀਪ ਸਿੱਧੂ ਨੂੰ RSS ਦਾ ਬੰਦਾ ਵੀ ਕਿਹਾ ਗਿਆ ਸੀ। ਦੱਸ ਦਈਏ ਕਿ ਜਦੋਂ ਦੀਪ ਸਿੱਧੂ ਸਨੀ ਦਿਓਲ ਦੇ ਲਈ ਇਲੈਕਸ਼ਨਸ ਦੇ ਵਿੱਚ ਪ੍ਰਚਾਰ ਕਰ ਰਿਹਾ ਸੀ ਤਾਂ ਉਸ ਸਮੇਂ ਭਾਜਪਾ ਦੇ ਇੱਕ ਪ੍ਰਚਾਰਕ ਕਮਲ ਸ਼ਰਮਾ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਖਿਲਾਫ ਕੋਈ ਬਿਆਨਬਾਜ਼ੀ ਕੀਤੀ, ਜੋ ਕਿ ਦੀਪ ਸਿੱਧੂ ਨੂੰ ਬਿਲਕੁਲ ਪਸੰਦ ਨਾ ਆਈ ਅਤੇ ਫਿਰ ਚੋਣਾਂ ਦੌਰਾਨ ਸਨੀ ਦਿਓਲ ਦੇ ਨਾਲ ਦੀਪ ਸਿੱਧੂ ਨੂੰ ਜਦੋਂ ਡੇਰਿਆਂ ਦੇ ਉੱਪਰ ਵੀ ਵੋਟਾਂ ਮੰਗਣ ਦੇ ਲਈ ਜਾਣਾ ਪਿਆ ਤਾਂ ਦੀਪ ਸਿੱਧੂ ਨੂੰ ਇਹ ਸਭ ਚੀਜ਼ਾਂ ਪਸੰਦ ਨਾ ਆਈਆਂ। ਇਹਨਾਂ ਕਾਰਨਾਂ ਕਰਕੇ ਦੀਪ ਸਿੱਧੂ ਨੇ ਖੁਦ ਨੂੰ ਚੋਣ ਪ੍ਰਚਾਰ ਤੋਂ ਪਿਛਾਂਹ ਵੱਲ ਖਿੱਚ ਲਿਆ। ਫਿਰ ਦੀਪ ਸਿੱਧੂ ਦੀ ਫਿਲਮ ਜੋਰਾ 10 ਨੰਬਰੀਆ ਦਾ ਸੈਕੰਡ ਚੈਪਟਰ, ਜੋ ਕਿ 6 ਮਾਰਚ 2020 ਨੂੰ ਰਿਲੀਜ਼ ਹੋਣੀ ਸੀ, ਉਸ ਸਮੇਂ ਇੰਡੀਆ ਦੇ ਵਿੱਚ ਕਰੋਨਾ ਨੇ ਦਸਤਕ ਦੇ ਦਿੱਤੀ ਅਤੇ ਸਾਰੇ ਇੰਡੀਆ ਦੇ ਵਿੱਚ ਲੋਕਡਾਊਨ ਲੱਗ ਗਿਆ। ਇਸ ਸਮੇਂ ਜਦੋਂ ਵਾਇਰਸ ਦੇ ਕਾਰਨ ਸਾਰੀ ਦੁਨੀਆ ਆਪਣੇ ਘਰਾਂ ਦੇ ਵਿੱਚ ਕੈਦ ਹੋ ਚੁੱਕੀ ਸੀ ਤਾਂ ਦੀਪ ਸਿੱਧੂ ਨੇ ਫੇਸਬੁੱਕ ਦੇ ਉੱਪਰ ਵੀਡੀਓਆਂ ਬਣਾ ਕੇ ਸ਼ੇਅਰ ਕਰਨੀਆਂ ਸ਼ੁਰੂ ਕਰ ਦਿੱਤੀਆਂ। ਦੀਪ ਸਿੱਧੂ ਨੇ ਸਮਾਜਿਕ ਮੁੱਦਿਆਂ ਦੇ ਉੱਪਰ ਵੀਡੀਓ ਬਣਾਉਣੀਆਂ ਸ਼ੁਰੂ ਕੀਤੀਆਂ। ਇਸੇ ਦੌਰਾਨ ਉਸ ਦੇ ਨਾਲ ਬਹੁਤ ਨੌਜਵਾਨ ਜੁੜਨੇ ਸ਼ੁਰੂ ਹੋਏ। ਇੱਕ ਐਕਸ਼ਨ ਹੀਰੋ ਦੇ ਤੌਰ ਤੇ ਉਹ ਨੌਜਵਾਨਾਂ ਦੇ ਅੰਦਰ ਪਹਿਲਾਂ ਹੀ ਆਪਣਾ ਇੱਕ ਵੱਡਾ ਨਾਮ ਬਣਾ ਚੁੱਕਾ ਸੀ। ਸੋਸ਼ਲ ਮੀਡੀਆ ਦੇ ਉੱਪਰ ਦੀਪ ਸਿੱਧੂ ਨੇ ਪੰਜਾਬ ਦੇ ਮੁੱਦਿਆਂ ਤੇ ਆਧਾਰਿਤ ਵੀਡੀਓ ਬਣਾ ਕੇ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਕਿਸਾਨ ਅੰਦੋਲਨ ਦੌਰਾਨ ਦੀਪ ਸਿੱਧੂ ਨੂੰ ਬਦਨਾਮ ਕਰਨ ਲਈ ਕਈ ਲੋਕ ਇਹ ਆਰੋਪ ਲਗਾਉਂਦੇ ਰਹੇ ਕਿ ਦੀਪ ਸਿੱਧੂ ਇੱਕਦਮ ਜੋ ਪੰਜਾਬ ਦੀ ਖੁਦਮੁਖਤਿਆਰੀ ਦੀਆਂ ਗੱਲਾਂ ਕਰਦਾ ਹੈ, ਸਿੱਖ ਕੌਮ ਦੀਆਂ ਗੱਲਾਂ ਕਰਦਾ ਹੈ, ਪੰਥ ਦੀਆਂ ਗੱਲਾਂ ਕਰਦਾ ਹੈ, ਤਾਂ ਇਹ ਇੱਕ BJP ਜਾਂ RSS ਵੱਲੋਂ ਫਿੱਟ ਕੀਤਾ ਹੋਇਆ ਬੰਦਾ ਹੈ। ਪਰ ਉਹਨਾਂ ਨੂੰ ਦੱਸ ਦਈਏ ਕਿ ਦੀਪ ਸਿੱਧੂ ਸ਼ੁਰੂਆਤ ਤੋਂ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਸੰਬੰਧੀ ਪੋਸਟਾਂ ਸ਼ੇਅਰ ਕਰਦਾ ਰਿਹਾ ਹੈ ਅਤੇ ਉਹਨਾਂ ਤੋਂ ਬਹੁਤ ਪ੍ਰਭਾਵਿਤ ਰਿਹਾ ਹੈ। ਇਸ ਤੋਂ ਇਲਾਵਾ ਦੀਪ ਸਿੱਧੂ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਨੂੰ ਆਪਣਾ ਲੀਡਰ ਮੰਨਦਾ ਰਿਹਾ ਹੈ ਅਤੇ ਸ਼ੁਰੂਆਤ ਤੋਂ ਹੀ ਦੀਪ ਸਿੱਧੂ ਦੇ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੀ ਫੈਮਿਲੀ ਦੇ ਨਾਲ ਬਹੁਤ ਚੰਗੇ ਸੰਬੰਧ ਰਹੇ ਹਨ। ਇੱਥੇ ਇੱਕ ਗੱਲ ਇਹ ਵੀ ਦੱਸਣੀ ਬਣਦੀ ਹੈ ਕਿ ਜਦੋਂ ਦੀਪ ਸਿੱਧੂ ਬਾਰੇ ਉਸਦੇ ਪਿੰਡ ਦਿਆਂ ਲੋਕਾਂ ਕੋਲੋਂ ਰਾਏ ਲਈ ਗਈ ਤਾਂ ਉਸਦੇ ਪਿੰਡ ਦੇ ਲੋਕ ਦੱਸਦੇ ਹਨ ਕਿ ਦੀਪ ਸਿੱਧੂ ਦਾ ਪੜਦਾਦਾ ਨਿਹਾਲ ਸਿੰਘ ਸਿੱਧੂ ਸੀ, ਜੋ ਕਿ ਲਾਹੌਰ ਵਿੱਚ ਪੜ੍ਹਦਾ ਸੀ ਅਤੇ ਉਸ ਸਮੇਂ ਲਾਹੌਰ ਦੇ ਵਿੱਚ ਦੀਪ ਸਿੱਧੂ ਦੇ ਪੜਦਾਦੇ ਦੇ ਨਾਲ ਭਗਤ ਸਿੰਘ ਦਾ ਚਾਚਾ ਅਜੀਤ ਸਿੰਘ ਵੀ ਪੜ੍ਹਦਾ ਸੀ, ਜੋ ਕਿ 1907 ਦੀ ਪਗੜੀ ਸੰਭਾਲ ਜੱਟਾ ਲਹਿਰ ਦਾ ਮੋਢੀ ਸੀ। ਨਿਹਾਲ ਸਿੰਘ ਸਿੱਧੂ ਦੇ ਚਾਚਾ ਅਜੀਤ ਸਿੰਘ ਦੇ ਨਾਲ ਬਹੁਤ ਗੂੜੇ ਸੰਬੰਧ ਸਨ ਅਤੇ ਉਹ ਇੱਕੋ ਕਮਰੇ ਦੇ ਵਿੱਚ ਰਹਿੰਦੇ ਸਨ ਅਤੇ ਉਸ ਸਮੇਂ ਉੱਥੇ ਭਗਤ ਸਿੰਘ ਵੀ ਆਉਂਦਾ ਹੁੰਦਾ ਸੀ। ਉਸ ਸਮੇਂ ਉੱਥੇ ਖਾਲਸਾ ਟਾਈਮਜ਼ ਨਾਂ ਦਾ ਅਖਬਾਰ ਚੱਲਦਾ ਸੀ, ਜੋ ਕਿ ਭਗਤ ਸਿੰਘ ਦਾ ਚਾਚਾ ਦੇਸ਼ ਪ੍ਰੇਮ ਬਾਰੇ ਪੜ੍ਹਦਾ ਸੀ ਅਤੇ ਉਹ ਅਖਬਾਰ ਦੀਪ ਸਿੱਧੂ ਹੋਰਾਂ ਦੇ ਪਰਿਵਾਰ ਦੇ ਕੋਲ ਅੱਜ ਵੀ ਸਾਂਭਿਆ ਹੋਇਆ ਹੈ, ਜੋ ਕਿ ਇਸ ਦੀ ਪੜਦਾਦੀ ਉੱਥੋਂ ਚੁੱਕ ਕੇ ਇੱਧਰ ਲੈ ਆਈ ਸੀ। ਸੋ ਦੀਪ ਸਿੱਧੂ ਨੂੰ ਆਜ਼ਾਦ ਸੋਚ ਅਤੇ ਬਾਗੀਪੁਣਾ ਆਪਣੀ ਪਰਿਵਾਰ ਦੇ ਵਿੱਚੋਂ ਹੀ ਮਿਲਿਆ ਸੀ। ਫਿਰ ਜਦੋਂ 2020 ਦੇ ਸਤੰਬਰ ਦੇ ਵਿੱਚ ਖੇਤੀ ਸੰਬੰਧੀ 3 ਕਾਲੇ ਕਾਨੂੰਨ ਪਾਸ ਹੋਏ ਤਾਂ ਸਭ ਪਾਸੇ ਇਹਨਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਇਸ ਸਮੇਂ ਦੀਪ ਸਿੱਧੂ ਨੇ ਵੀ ਖੁੱਲ੍ਹ ਕੇ ਇਹਨਾਂ 3 ਕਾਨੂੰਨਾਂ ਦਾ ਵਿਰੋਧ ਕੀਤਾ। ਇਸ ਸਮੇਂ ਪੰਜਾਬ ਦੀਆਂ 31 ਜਥੇਬੰਦੀਆਂ ਪਹਿਲੀ ਵਾਰ ਇੱਕੋ ਮੰਚ ਤੇ ਇਕੱਠੀਆਂ ਹੋ ਗਈਆਂ ਅਤੇ ਇਕੱਠੀਆਂ ਹੋ ਕੇ ਉਹਨਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਧਰਨਾ ਲਗਾ ਦਿੱਤਾ। ਕਿਸਾਨ ਜਥੇਬੰਦੀਆਂ ਨੇ ਆਪਣੀ ਮੁੱਖ ਮੰਗ ਰੱਖੀ ਕਿ 3 ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਅਤੇ ਜਿਸ ਤਰ੍ਹਾਂ ਪਹਿਲਾਂ ਖੇਤੀ ਦਾ ਸਿਸਟਮ ਚੱਲਦਾ ਆ ਰਿਹਾ ਹੈ ਉਸੇ ਤਰ੍ਹਾਂ ਦਾ ਰਹਿਣ ਦੇਣਾ ਚਾਹੀਦਾ ਹੈ। ਪਰ ਦੀਪ ਸਿੱਧੂ, ਜੋ ਕਿ ਪਹਿਲਾਂ ਤੋਂ ਹੀ ਪੰਜਾਬ ਦੇ ਮੁੱਦੇ ਜਿਵੇਂ ਕਿ SYL ਨਹਿਰ ਦਾ ਮੁੱਦਾ ਹੋਵੇ ਜਾਂ ਪੰਜਾਬੀ ਭਾਸ਼ਾ ਦਾ ਮੁੱਦਾ ਹੋਵੇ ਜਾਂ ਆਜ਼ਾਦੀ ਦਾ ਮੁੱਦਾ ਹੋਵੇ, ਇਹਨਾਂ ਮੁੱਦਿਆਂ ਤੇ ਉਹ ਪਹਿਲਾਂ ਤੋਂ ਹੀ ਬੋਲਦਾ ਆ ਰਿਹਾ ਸੀ, ਤਾਂ ਉਸਨੇ ਪੰਜਾਬ ਦੇ ਲੋਕਾਂ ਨੂੰ ਇਹ ਸੰਬੋਧਨ ਕੀਤਾ ਕਿ ਇਹ ਸਿਰਫ 3 ਖੇਤੀ ਕਾਨੂੰਨਾਂ ਦੀ ਲੜਾਈ ਹੀ ਨਹੀਂ, ਇਹ ਸਾਡੀ ਹੋਂਦ ਦੀ ਲੜਾਈ ਹੈ। ਕਿਉਂਕਿ ਉਸਨੇ ਕਿਹਾ ਕਿ ਪੰਜਾਬ ਦੀ ਖੇਤੀ ਦੇ ਨਾਲ ਹੀ ਪੰਜਾਬ ਦਾ ਸੱਭਿਆਚਾਰ, ਪੰਜਾਬ ਦਾ ਵਿਰਸਾ, ਸਾਡਾ ਰਹਿਣ ਸਹਿਣ ਜੁੜਿਆ ਹੋਇਆ ਹੈ। ਜੇ ਖੇਤੀ ਹੀ ਨਹੀਂ ਰਹੇਗੀ ਤਾਂ ਪੰਜਾਬ ਵੀ ਹੌਲੀ-ਹੌਲੀ ਖਤਮ ਹੋ ਜਾਵੇਗਾ। ਇਸ ਸਮੇਂ ਪੰਜਾਬ ਦੀਆਂ ਕਿਸਾਨੀ ਜਥੇਬੰਦੀਆਂ ਨੇ ਰੇਲਾਂ ਰੋਕਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਅੰਬਾਨੀ ਅਤੇ ਅਡਾਨੀ ਦੇ ਕੰਮਕਾਰ ਬੰਦ ਕਰਵਾਉਣੇ ਸ਼ੁਰੂ ਕਰ ਦਿੱਤੇ। ਇਹਨਾਂ ਵਿੱਚੋਂ ਮੁੱਖ ਤੌਰ ਤੇ ਰਿਲਾਇੰਸ ਦੇ ਪੰਪਾਂ ਅਤੇ ਮੌਲਾਂ ਦਾ ਬਾਈਕਾਟ ਕੀਤਾ ਗਿਆ ਅਤੇ ਰਿਲਾਇੰਸ ਜੀਓ ਦੀਆਂ ਸਿੰਮਾਂ ਦਾ ਬਾਈਕਾਟ ਕਰਨ ਦੀ ਗੱਲ ਕੀਤੀ ਗਈ। ਜਿੱਥੇ ਪੰਜਾਬ ਦੀਆਂ ਕਿਸਾਨੀ ਜਥੇਬੰਦੀਆਂ ਪੰਜਾਬ ਦੇ ਵਿੱਚ ਹੀ ਪੰਪਾਂ, ਮੌਲਾਂ ਅਤੇ ਰੇਲਵੇ ਟਰੈਕਾਂ ਦੇ ਉੱਪਰ ਧਰਨਾ ਲਗਾ ਕੇ ਬੈਠੀਆਂ ਸਨ, ਉੱਥੇ ਦੀਪ ਸਿੱਧੂ ਨੇ ਪੰਜਾਬ ਅਤੇ ਹਰਿਆਣਾ ਦੇ ਸ਼ੰਭੂ ਬਾਰਡਰ ਦੇ
ਉੱਪਰ ਮੋਰਚਾ ਲਗਾਉਣ ਦਾ ਫੈਸਲਾ ਕੀਤਾ। ਉਸਨੇ ਕਿਹਾ ਕਿ ਪੰਜਾਬ ਦੇ ਵਿੱਚ ਹੀ ਧਰਨਾ ਲਗਾਉਣ ਦੇ ਨਾਲ ਕੇਂਦਰ ਦੇ ਕੰਨ ਤੇ ਜੂੰ ਨਹੀਂ ਸਰਕੇਗੀ। ਇਸ ਲਈ ਮੋਦੀ ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ ਸ਼ੰਭੂ ਬਾਰਡਰ ਨੂੰ ਬੰਦ ਕਰਨਾ ਇੱਕ ਵਧੀਆ ਤਰੀਕਾ ਹੋਵੇਗਾ। ਇਸ ਤਰ੍ਹਾਂ ਦੀਪ ਸਿੱਧੂ ਤੇ ਕੁਝ ਹੋਰ ਆਗੂਆਂ ਨੇ ਮਿਲ ਕੇ 25 ਸਤੰਬਰ 2020 ਨੂੰ ਸ਼ੰਭੂ ਬਾਰਡਰ ਤੇ ਧਰਨਾ ਲਾ ਕੇ ਬੰਦ ਰੱਖਣ ਦੀ ਕਾਲ ਦਿੱਤੀ। ਇਸ ਤਰੀਕ ਨੂੰ ਸ਼ੰਭੂ ਬਾਰਡਰ ਦੇ ਉੱਪਰ ਨੌਜਵਾਨਾਂ, ਬਜ਼ੁਰਗਾਂ, ਬੱਚਿਆਂ ਅਤੇ ਔਰਤਾਂ ਦਾ ਇੱਕ ਵੱਡਾ ਇਕੱਠ ਦੇਖਣ ਨੂੰ ਮਿਲਿਆ। ਫਿਰ 4 ਨਵੰਬਰ 2020 ਤੋਂ ਦੀਪ ਸਿੱਧੂ ਨੇ ਸ਼ੰਭੂ ਮੋਰਚੇ ਦੇ ਉੱਪਰ ਪੱਕਾ ਧਰਨਾ ਲਗਾਉਣ ਦੀ ਗੱਲ ਕੀਤੀ ਅਤੇ ਸ਼ੰਭੂ ਬਾਰਡਰ ਦੇ ਉੱਪਰ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਪੱਕਾ ਧਰਨਾ ਲਗਾ ਦਿੱਤਾ। ਜਦੋਂ 31 ਕਿਸਾਨ ਜਥੇਬੰਦੀਆਂ ਪੰਜਾਬ ਦੇ ਵਿੱਚ ਖੇਤੀ ਕਾਨੂੰਨਾਂ ਦੇ ਖਿਲਾਫ ਧਰਨੇ ਲਗਾ ਰਹੀਆਂ ਸਨ ਅਤੇ ਉਹਨਾਂ ਦੀ ਮੰਗ ਇਹ ਸੀ ਕਿ 3 ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਹਨ, ਤਾਂ ਉਸ ਸਮੇਂ ਦੀਪ ਸਿੱਧੂ ਨੇ ਇਹ ਗੱਲ ਕੀਤੀ ਕਿ ਪੰਜਾਬ ਦੇ ਲਈ ਕੇਵਲ 3 ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਮਸਲਾ ਹੱਲ ਨਹੀਂ ਹੋਵੇਗਾ, ਕਿਉਂਕਿ ਪੰਜਾਬ ਦੇ ਵਿੱਚ ਤਾਂ ਪਹਿਲਾਂ ਹੀ ਬਹੁਤ ਕਿਸਾਨ ਖੁਦਕੁਸ਼ੀਆਂ ਕਰ ਰਹੇ ਸਨ। ਇਸ ਲਈ ਉਸਨੇ ਪੰਜਾਬ ਦੇ ਲਈ ਇੱਕ ਖੁਦਮੁਖਤਿਆਰ ਢਾਂਚੇ ਦੀ ਗੱਲ ਕੀਤੀ ਤਾਂ ਕਿ ਪੰਜਾਬ ਆਪਣੇ ਫੈਸਲੇ ਆਪ ਲੈ ਸਕੇ। ਇਸ ਤਰ੍ਹਾਂ ਸ਼ੰਭੂ ਮੋਰਚੇ ਦੇ ਉੱਪਰ ਪੰਜਾਬ ਕੇਂਦਰਿਤ ਖੇਤੀ ਮਾਡਲ ਬਣਾਉਣ ਲਈ ਦੀਪ ਸਿੱਧੂ ਨੇ ਵੱਖ-ਵੱਖ ਖੇਤੀਬਾੜੀ ਮਾਹਿਰਾਂ, ਬੁੱਧੀਜੀਵੀਆਂ ਦੇ ਨਾਲ ਵਿਚਾਰ ਚਰਚਾਵਾਂ ਵੀ ਕੀਤੀਆਂ। ਇਸ ਲਈ ਉਸਨੇ ਵਾਰਿਸ ਪੰਜਾਬ ਦੇ ਮੁਹਿੰਮ ਚਲਾਈ ਅਤੇ ਲੋਕਾਂ ਨੂੰ ਆਨਲਾਈਨ ਇਸ ਨਾਲ ਜੁੜਨ ਲਈ ਸੱਦਾ ਦਿੱਤਾ। ਸ਼ੰਭੂ ਮੋਰਚੇ ਦੇ ਉੱਪਰ ਇਹ ਕਿਹਾ ਗਿਆ ਕਿ ਇਹ ਸਿਰਫ MSP ਜਾਂ ਕੁਝ ਖੇਤੀ ਕਾਨੂੰਨਾਂ ਦਾ ਮਸਲਾ ਨਹੀਂ ਹੈ, ਇਹ ਪੰਜਾਬ ਦੀ ਹੋਂਦ ਦਾ ਮਸਲਾ ਹੈ, ਕਿਉਂਕਿ ਪੰਜਾਬ ਦਾ ਸੱਭਿਆਚਾਰ, ਪੰਜਾਬ ਦੀ ਆਰਥਿਕਤਾ, ਇੱਥੋਂ ਦੀ ਜਾਣ ਪਛਾਣ, ਸਿਆਸਤ ਭਾਵ ਪੂਰੀ ਤਰਜੇ ਜ਼ਿੰਦਗੀ ਖੇਤੀ ਦੁਆਲੇ ਘੁੰਮਦੀ ਹੈ। ਇੱਥੋਂ ਇਹ ਕਿਹਾ ਗਿਆ ਕਿ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਜਾਂ ਤਾਂ ਦਿੱਲੀ ਦੇ ਇਸ਼ਾਰਿਆਂ ਤੇ ਚੱਲਦੀਆਂ ਹਨ ਜਾਂ ਪੰਜਾਬ ਵਿਰੋਧੀ ਸ਼ਕਤੀਆਂ ਦੀਆਂ ਕਠਪੁਤਲੀਆਂ ਹਨ। ਇਸ ਲਈ ਪੰਜਾਬ ਨੂੰ ਇੱਕ ਪੰਜਾਬ ਕੇਂਦਰਿਤ ਸਿਆਸੀ ਜਥੇਬੰਦੀ ਦੀ ਲੋੜ ਹੈ। ਇਸ ਤਰ੍ਹਾਂ ਪੰਜਾਬ ਦੀ ਬਿਹਤਰੀ ਲਈ ਬੁੱਧੀਜੀਵੀਆਂ ਅਤੇ ਆਗੂਆਂ ਨੂੰ ਇੱਕ ਮੰਚ ਤੇ ਇਕੱਠੇ ਹੋਣ ਲਈ ਕਿਹਾ ਗਿਆ। ਉਧਰ ਪੰਜਾਬ ਦੇ ਅੰਦਰ ਕਿਸਾਨ ਜਥੇਬੰਦੀਆਂ ਵੱਲੋਂ 3-4 ਮਹੀਨੇ ਰੇਲਵੇ ਪਟਰੀਆਂ ਦੇ ਉੱਪਰ ਧਰਨੇ ਦੇਣ ਤੋਂ ਬਾਅਦ ਵੀ ਜਦੋਂ ਕੇਂਦਰ ਸਰਕਾਰ ਦੇ ਕੰਨ ਤੇ ਜੂੰ ਨਾ ਸਰਕੀ ਤਾਂ ਉਹਨਾਂ ਨੇ 26 ਨਵੰਬਰ ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ। ਇਸ ਸਮੇਂ ਦੀਪ ਸਿੱਧੂ ਨੇ ਵੀ ਕਿਸਾਨੀ ਜਥੇਬੰਦੀਆਂ ਨੂੰ ਪੂਰੀ ਸਪੋਰਟ ਕੀਤੀ ਅਤੇ ਉਹ ਵੀ ਆਪਣੇ ਸਾਥੀਆਂ ਸਮੇਤ ਦਿੱਲੀ ਵੱਲ ਨੂੰ ਚਲਾ ਗਿਆ। ਪੰਜਾਬ ਦੇ ਨਾਲ-ਨਾਲ ਹਰਿਆਣਾ, ਰਾਜਸਥਾਨ, ਉੱਤਰਾਖੰਡ, ਹੋਰ ਲਾਗਲੇ ਰਾਜ ਅਤੇ ਭਾਰਤ ਦੇ ਵੱਖ-ਵੱਖ ਭਾਗਾਂ ਤੋਂ ਪਹੁੰਚੇ ਕਿਸਾਨਾਂ ਨੇ ਦਿੱਲੀ ਦੇ ਚਾਰੇ ਪਾਸੇ ਬਾਰਡਰਾਂ ਦੇ ਉੱਪਰ ਧਰਨੇ ਲਗਾ ਲਏ। ਇੱਥੇ ਹੀ ਦੀਪ ਸਿੱਧੂ ਵੀ ਕਿਸਾਨ ਜਥੇਬੰਦੀਆਂ ਦੇ ਨਾਲ ਮਿਲ ਕੇ ਸਿੰਘੂ ਬਾਰਡਰ ਦੇ ਉੱਪਰ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ 2 ਮਹੀਨੇ ਡਟਿਆ ਰਿਹਾ। ਇੱਥੇ ਰਹਿੰਦਿਆਂ ਉਸਨੇ ਵਾਰ-ਵਾਰ ਆਪਣੇ ਸੋਸ਼ਲ ਮੀਡੀਆ ਰਾਹੀਂ ਏਕਤਾ ਬਣਾ ਕੇ ਰੱਖਣ ਦੀ ਗੱਲ ਕੀਤੀ ਅਤੇ ਇਹ ਕਿਹਾ ਕਿ ਇਹ ਜੰਗ ਪੰਜਾਬੀਆਂ ਦੁਆਰਾ ਇਕੱਠੇ ਹੋ ਕੇ ਹੀ ਜਿੱਤ ਹੋਵੇਗੀ। ਫਿਰ ਜਦੋਂ ਕਿਸਾਨ ਜਥੇਬੰਦੀਆਂ ਅਤੇ ਸਰਕਾਰ ਦੇ ਵਿੱਚ ਹੁੰਦੀਆਂ ਆਪਸੀ ਮੀਟਿੰਗਾਂ ਦਾ ਕੋਈ ਹੱਲ ਨਹੀਂ ਸੀ ਨਿਕਲ ਰਿਹਾ ਅਤੇ ਸਰਕਾਰ ਖੇਤੀ ਕਾਨੂੰਨ ਵਾਪਸ ਲੈਣ ਲਈ ਤਿਆਰ ਨਹੀਂ ਸੀ, ਤਾਂ ਕਿਸਾਨ ਜਥੇਬੰਦੀਆਂ ਨੇ ਇੱਕ ਵੱਡਾ ਐਕਸ਼ਨ ਪਲਾਨ ਕਰਨ ਦੀ ਗੱਲ ਕਹੀ। ਉਹਨਾਂ ਨੇ ਆਪਣੀ ਗੱਲ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਉਣ ਦੇ ਲਈ ਭਾਰਤ ਦੇ ਗਣਤੰਤਰ ਦਿਵਸ ਯਾਨੀ ਕਿ 26 ਜਨਵਰੀ 2021 ਨੂੰ ਦਿੱਲੀ ਦੇ ਅੰਦਰ ਟਰੈਕਟਰ ਪਰੇਡ ਕਰਨ ਦੀ ਗੱਲ ਕੀਤੀ। 26 ਜਨਵਰੀ ਆਉਣ ਤੱਕ ਲੱਖਾਂ ਦੀ ਤਾਦਾਦ ਦੇ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਲੋਕ ਆਪੋ ਆਪਣੇ ਟਰੈਕਟਰ ਲੈ ਕੇ ਦਿੱਲੀ ਦੀਆਂ ਸਰਹੱਦਾਂ ਉੱਤੇ ਪਹੁੰਚ ਗਏ। ਪਰ ਦਿੱਲੀ ਪੁਲਿਸ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੂੰ ਜਦੋਂ ਦਿੱਲੀ ਪੁਲਿਸ ਵੱਲੋਂ ਦਿੱਲੀ ਦੇ ਅੰਦਰ ਟਰੈਕਟਰ ਪਰੇਡ ਕਰਨ ਦੀ ਪਰਮਿਸ਼ਨ ਨਾ ਦਿੱਤੀ ਗਈ ਤਾਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਦੇ ਬਾਹਰ ਟਰੈਕਟਰ ਮਾਰਚ ਕਰਨ ਦੀ ਗੱਲ ਕੀਤੀ ਅਤੇ ਉਸ ਦਾ ਰੋਡ ਮੈਪ ਜਾਰੀ ਕਰ ਦਿੱਤਾ। ਪਰ 26 ਜਨਵਰੀ ਵਾਲੇ ਦਿਨ ਕੁਝ ਲੋਕ ਜੋ ਕਿ ਕਿਸਾਨ ਜਥੇਬੰਦੀਆਂ ਦੁਆਰਾ ਦਿੱਤੇ ਗਏ ਰੋਡ ਮੈਪ ਤੋਂ ਹਟ ਕੇ ਦਿੱਲੀ ਦੇ ਅੰਦਰ ਜਾ ਕੇ ਟਰੈਕਟਰ ਮਾਰਚ ਕਰਨਾ ਚਾਹੁੰਦੇ ਸਨ ਤਾਂ ਕਿ ਸਰਕਾਰ ਦੇ ਉੱਪਰ ਵੱਧ ਅਸਰ ਹੋ ਸਕੇ। ਇਸ ਤਰ੍ਹਾਂ 26 ਜਨਵਰੀ ਵਾਲੇ ਦਿਨ ਜਿੱਥੇ ਕਿਸਾਨ ਜਥੇਬੰਦੀਆਂ ਦਿੱਲੀ ਦੇ ਬਾਹਰ ਟਰੈਕਟਰ ਪਰੇਡ ਕਰ ਰਹੀਆਂ ਸਨ, ਉੱਥੇ ਹੀ ਲੱਖਾਂ ਲੋਕ ਆਪਣੇ ਟਰੈਕਟਰਾਂ ਦੇ ਸਮੇਤ ਦਿੱਲੀ ਦੇ ਅੰਦਰ ਰਿੰਗ ਰੋਡ ਅਤੇ ਲਾਲ ਕਿਲੇ ਦੇ ਉੱਪਰ ਪਰੇਡ ਕਰਨ ਲਈ ਪਹੁੰਚ ਗਏ। ਇੱਥੇ ਹੀ ਕੁਝ ਲੋਕਾਂ ਨੇ ਆਪਣਾ ਵਿਰੋਧ ਜ਼ਾਹਿਰ ਕਰਦਿਆਂ ਲਾਲ ਕਿਲੇ ਦੇ ਉੱਪਰ ਤਿਰੰਗੇ ਝੰਡੇ, ਖਾਲਸਾਈ ਨਿਸ਼ਾਨ ਸਾਹਿਬ, ਕਿਸਾਨ ਯੂਨੀਅਨ ਦੇ ਝੰਡੇ ਅਤੇ ਆਪਣੀਆਂ ਵੱਖ-ਵੱਖ ਜਥੇਬੰਦੀਆਂ ਦੇ ਝੰਡੇ ਝੁਲਾ ਦਿੱਤੇ। ਇੱਥੇ ਹੀ ਲੱਖਾਂ ਲੋਕਾਂ ਸਮੇਤ ਦੀਪ ਸਿੱਧੂ ਨੇ ਵੀ ਲਾਲ ਕਿਲੇ ਦੇ ਉੱਪਰ ਜਾ ਕੇ ਆਪਣਾ ਰੋਸ ਜ਼ਾਹਿਰ ਕੀਤਾ ਅਤੇ ਫਿਰ ਉੱਥੇ ਕਿਸੇ ਕਿਸਾਨ ਆਗੂ ਦੇ ਨਾ ਹੋਣ ਕਾਰਨ ਭੀੜ ਨੂੰ ਸ਼ਾਂਤ ਕਰਨ ਅਤੇ ਲਾਲ ਕਿਲੇ ਤੋਂ ਬਾਹਰ ਲੈ ਕੇ ਆਉਣ ਦਾ ਵੀ ਕੰਮ ਕੀਤਾ। ਪਰ ਇਸ ਤੋਂ ਬਾਅਦ ਬੀਜੇਪੀ ਦੇ IT ਸੈੱਲ ਅਤੇ ਗੋਦੀ ਮੀਡੀਆ ਨੇ ਕਿਸਾਨ ਅੰਦੋਲਨ ਨੂੰ ਫੇਲ ਕਰਨ ਅਤੇ ਕਿਸਾਨਾਂ ਦੀ ਏਕਤਾ ਦੇ ਵਿੱਚ ਪਾੜ ਪਾਉਣ ਦੇ ਲਈ 26 ਜਨਵਰੀ ਦੀ ਇਸ ਘਟਨਾ ਨੂੰ ਦੇਸ਼ ਦੇ ਖਿਲਾਫ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਅਤੇ ਦਿੱਲੀ ਦੇ ਅੰਦਰ ਜਾ ਕੇ ਪਰੇਡ ਕਰਨ ਵਾਲਿਆਂ ਦੇ ਉੱਪਰ ਖਾਲਿਸਤਾਨੀਆਂ ਦੇ ਠੱਪੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ਤੇ ਗੋਦੀ ਮੀਡੀਆ ਅਤੇ ਬੀਜੇਪੀ ਦੇ IT ਸੈੱਲ ਵੱਲੋਂ ਦੀਪ ਸਿੱਧੂ ਜੋ ਕਿ ਇੱਕ ਮਸ਼ਹੂਰ ਚਿਹਰਾ ਸੀ,
ਉਸ ਨੂੰ ਇਸ ਸਾਰੀ ਘਟਨਾ ਦਾ ਜ਼ਿੰਮੇਵਾਰ ਦੱਸਿਆ ਗਿਆ ਅਤੇ ਨਿਸ਼ਾਨਾ ਬਣਾ ਕੇ ਬਦਨਾਮ ਕੀਤਾ ਗਿਆ। ਇਸ ਤੋਂ ਬਾਅਦ ਦੀਪ ਸਿੱਧੂ ਦੇ ਉੱਪਰ ਹੋਰ ਕਈਆਂ ਸਮੇਤ ਲਾਲ ਕਿਲ੍ਹੇ ਦੇ ਉੱਪਰ ਧਾਰਮਿਕ ਝੰਡਾ ਲਹਿਰਾਉਣ ਦੇ ਲਈ FIR ਦਰਜ ਕੀਤੀ ਗਈ। ਇਸ ਤੋਂ ਬਾਅਦ ਕੁਝ ਸਮੇਂ ਲਈ ਦੀਪ ਸਿੱਧੂ ਸੁਰਖੀਆਂ ਦੇ ਵਿੱਚ ਨਾ ਦਿਸਿਆ, ਪਰ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਵੀਡੀਓਜ਼ ਬਣਾ ਕੇ ਪਾਉਂਦਾ ਰਿਹਾ। ਇਸ ਸਮੇਂ ਦਿੱਲੀ ਪੁਲਿਸ ਨੇ ਦੀਪ ਸਿੱਧੂ ਦਾ ਪਤਾ ਦੱਸਣ ਵਾਲੇ ਨੂੰ 1 ਲੱਖ ਦਾ ਇਨਾਮ ਦੇਣ ਦੀ ਘੋਸ਼ਣਾ ਕਰ ਦਿੱਤੀ। ਉਸ ਤੋਂ ਬਾਅਦ 9 ਫਰਵਰੀ 2021 ਨੂੰ ਦਿੱਲੀ ਪੁਲਿਸ ਨੇ ਦੀਪ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਅਤੇ 7 ਦਿਨਾਂ ਦੇ ਪੁਲਿਸ ਰਿਮਾਂਡ ਦੇ ਉੱਪਰ ਭੇਜ ਦਿੱਤਾ।